ਸਤਿ ਸ੍ਰੀ ਅਕਾਲ। ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਨੂੰ ਜੀ ਆਇਆਂ। ਅੱਜ ਚਰਚਾ ਕਰਾਂਗੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਉਹਨਾਂ ਦੀ ਪਦਵੀ ਤੋਂ ਜੋ ਉਤਾਰਨ ਦੀ ਉਹਨਾਂ ਦੀ ਸਾਜ਼ਿਸ਼ ਸੀਗੀ ਸ਼੍ਰੋਮਣੀ ਅਕਾਲੀ ਦਲ ਅਤੇ SGPC ਦੇ ਕੁਝ ਮੈਂਬਰਾਂ ਦੀ, ਉਹ ਟਲ ਗਈ ਕਿਉਂਕਿ ਜਿਹੜੀ 18 ਮੈਂਬਰੀ ਕਾਰਜਕਾਰਣੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਮੀਟਿੰਗ ਹੋਈ, ਉਸ ਵਿੱਚ ਜੋ ਕੁਝ ਚਰਚਾ ਹੋਈ ਅਤੇ ਕੁਝ ਨਵੇਂ ਤੱਥ ਅਜਿਹੇ ਸਾਹਮਣੇ ਆ ਗਏ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਇਹ ਫੈਸਲਾ ਲਿਆ ਕਿ ਇਸ ਨੂੰ ਉੱਪਰ ਕਾਰਵਾਈ ਰੋਕ ਦਿੱਤੀ ਜਾਵੇ। ਉਹ ਕੀ ਕਾਰਨ ਸੀ, ਅਸੀਂ ਤੁਹਾਨੂੰ ਅੱਗੇ ਆਪਣੀ ਵਿਸਥਾਰਪੂਰਵਕ ਚਰਚਾ 'ਚ ਦੱਸਦੇ ਹਾਂ। ਮੇਰੀ ਆਪ ਜੀ ਨੂੰ ਗੁਜ਼ਾਰਿਸ਼ ਹੈ, ਜੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ, ਇਸ ਦਾ ਬੈਲ ਆਈਕਨ ਬਟਨ ਵੀ ਦਬਾਓ। ਇਹ ਜੋ ਅੱਜ ਮੀਟਿੰਗ ਹੋਈ 18 ਮੈਂਬਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ, ਉਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਉਹਨਾਂ ਦੀ ਪਦਵੀ ਉੱਪਰੋਂ ਹਟਾਉਣ ਦੇ ਮਾਮਲੇ 'ਤੇ ਕੋਈ ਚਰਚਾ ਹੀ ਨਹੀਂ ਕੀਤੀ ਗਈ, ਕਿਉਂਕਿ ਜਿਸ ਪ੍ਰਕਾਰ ਦਾ ਸਮਰਥਨ ਗਿਆਨੀ ਹਰਪ੍ਰੀਤ ਸਿੰਘ ਨੂੰ ਸੋਸ਼ਲ ਮੀਡੀਆ 'ਤੇ ਮਿਲਿਆ, ਉਸ ਤੋਂ ਦੇਖਦੇ ਹੋਏ ਅਕਾਲੀ ਲੀਡਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਕਰਤੇ ਧਰਤੇ ਹਨ, ਉਹਨਾਂ ਨੂੰ ਆਪਣੇ ਪੈਰ ਪਿੱਛੇ ਮੋੜ ਲਏ ਅਤੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਚਾਹੇ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਗਿਆਨੀ ਜੀ ਵਿਰੁੱਧ ਰਾਘਵ ਚੱਡਾ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਦੀ ਮੰਗਣੀ ਉੱਪਰ ਜਾਣ ਦੇ ਮੁੱਦੇ ਵਿੱਚ ਉਹਨਾਂ ਨੂੰ ਖੂਬ ਘੇਰਿਆ, ਉਹਨਾਂ ਦੀ ਬਦਨਾਮੀ ਕੀਤੀ ਅਤੇ ਜਥੇਦਾਰ ਸਾਹਿਬ ਨੂੰ ਹਿਊਮਿਲੇਟ ਕਰਨ ਦੀ ਪੂਰੀ ਸਾਜ਼ਿਸ਼ ਕਾਮਯਾਬ ਕੀਤੀ। ਜਥੇਦਾਰ ਸਾਹਿਬ ਨੇ ਇਹ ਸਾਰਾ ਕੁਝ ਆਲੋਚਨਾ ਬਰਦਾਸ਼ਤ ਕਰਦੇ ਹੋਏ ਚੁੱਪ ਠੱਪੀ ਰੱਖੀ ਅਤੇ ਉਹਨਾਂ ਨੇ ਜੋ ਰੈਜ਼ਿਗਨੇਸ਼ਨ ਦੇਣ ਲਈ ਉਹਨਾਂ ਨੂੰ ਕਿਹਾ ਗਿਆ, ਉਹਨਾਂ ਨੇ ਕੋਰਾ ਜਵਾਬ ਦੇ ਦਿੱਤਾ। ਮਸਲਾ ਇੱਥੇ ਅੜ ਗਿਆ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ, ਜੋ ਕਿ ਇੱਕ ਦਲਿਤ ਸਿੱਖ ਧਾਰਮਿਕ ਲੀਡਰ ਹਨ ਅਤੇ ਉਹਨਾਂ ਦੇ ਕੋਲ ਬੜਾ ਲੰਬਾ ਜੀਵਨ ਐਕਸਪੀਰੀਅੰਸ ਹੈ ਸਿੱਖ ਗੁਰਦੁਆਰਿਆਂ ਦਾ, ਕਥਾ ਕਰਨ ਦਾ, ਪਾਠ ਕਰਨ ਦਾ, ਸ਼ਬਦ ਕੀਰਤਨ ਕਰਨ ਦਾ ਅਤੇ ਹੋਰ ਇਤਿਹਾਸਕ ਮੌਕਿਆਂ 'ਤੇ ਸਿੱਖ ਧਰਮ ਦੀ ਹਿਸਟਰੀ ਉੱਪਰ ਚੰਗੇ ਭਾਸ਼ਣ ਦੇਣ ਦਾ ਅਤੇ ਸਿੱਖੀ ਦੇ ਪ੍ਰਚਾਰ ਕਰਨ ਦਾ, ਉਹਨਾਂ ਦੇ ਮੁਕਾਬਲੇ ਦਾ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਹੋਰ ਸਿੱਖ ਧਾਰਮਿਕ ਨੇਤਾ ਨਜ਼ਰ ਨਹੀਂ ਆਇਆ। ਗਿਆਨੀ ਹਰਪ੍ਰੀਤ ਸਿੰਘ ਜੀ ਪਹਿਲੇ ਗੁਰਦੁਆਰੇ ਦੇ ਹੈੱਡ ਗ੍ਰੰਥੀ ਸਨ, ਉੱਥੋਂ ਉਹਨਾਂ ਨੂੰ 2017 ਵਿੱਚ ਦਮਦਮਾ ਸਾਹਿਬ ਲਗਾਇਆ ਗਿਆ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਤਲਵੰਡੀ ਸਾਹਿਬੋਂ। ਉੱਥੋਂ 1 ਸਾਲ ਬਾਅਦ ਉਹਨਾਂ ਨੂੰ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨਿਯੁਕਤ ਕਰਤਾ। ਉਹਨਾਂ ਨੂੰ ਇਹ ਕਾਰਜ ਨਿਭਾਉਂਦਿਆਂ 5 ਸਾਲ ਹੋਏ ਹਨ। ਔਰ ਪਤਾ ਇਹ ਚੱਲਿਆ ਹੈ ਕਿ ਇਹ ਇਸ ਲਈ ਨਹੀਂ ਹਟਾਇਆ ਜਾ ਰਿਹਾ ਸੀ ਕਿ ਉਹ ਰਾਘਵ ਚੱਡਾ ਦੇ ਵਿਆਹ ਵਿੱਚ ਕਿਉਂ ਗਏ। ਮੈਂ ਤੁਹਾਨੂੰ ਹੋਰ 3 ਮਿਸਾਲਾਂ ਦਿਆਂਗਾ ਜਿਹੜੀਆਂ ਕਿ ਜਥੇਦਾਰਾਂ ਨੇ ਜੋ ਪਾਰਟੀਆਂ ਅਟੈਂਡ ਕੀਤੀਆਂ ਵਿਆਹਾਂ ਦੀਆਂ, ਉਹਨਾਂ ਵਿੱਚ ਬੜੀ ਘਿਨਾਉਣੀ ਪਿਕਚਰ ਤੁਹਾਡੇ ਸਾਹਮਣੇ ਮੈਂ ਰੱਖਾਂਗਾ। ਜਥੇਦਾਰਾਂ ਦੇ ਨਾਂ ਲੈਣ ਤੋਂ ਮੈਂ ਦਰਗੇਜ਼ ਕਰਾਂਗਾ ਕਿਉਂਕਿ ਇਹ ਐਗਜ਼ੈਂਪਲਾਂ ਪੁਰਾਣੀਆਂ ਹਨ ਥੋੜ੍ਹੀਆਂ, ਔਰ ਚੰਗਾ ਵੀ ਨਹੀਂ ਲੱਗਦਾ ਕਿ ਹੁਣ ਉਹ ਜੋ ਜਥੇਦਾਰ ਨਹੀਂ ਰਹੇ ਉਹਨਾਂ ਦੇ ਅਸੀਂ ਨਾਂ ਲੈ ਕੇ ਤੁਹਾਨੂੰ ਦੱਸੀਏ। ਪਰ ਮੈਂ ਉਹ ਘਟਨਾਵਾਂ ਦੱਸਾਂਗਾ
जिन्हां दी बड़ी इंपॉर्टेंस इस करके है कि जो कुड़माई की रस्म ਗਿਆਨੀ हरप्रीत सिंह जी ने अटेंड की है वो तो बड़ी सधारण गल है, वो उन्होंने ठीक ही अटेंड की है, वो कोई गलत गल नहीं सी। ये पता चलिया कि श्रोमणी अकाली दल के मुखी सुखबीर बादल ने अकाल तखत के जथेदार हरप्रीत सिंह जी को अप्रोच किया ते उन्होंने कहा कि उन्हों तो होइयां गलतियां जाने ਜਾਂ अणजाने दी अकाल तखत उन्होंने माफ़ी दे दे, और ये माफ़ी लई वो कोई बिना पत्र नहीं देणगे। अकाल तखत अपने आप ही एक जिहा निर्देशन या एक हुक्मनामा जारी करे जिस राही के सुखबीर बादल नूं जो उन्होंने कुकर्म कीते हैं, जो गलत काम कीते हैं, जो एंटी सिख काम कीते हैं, जो सिख धर्म विरोधी कार्रवाइयां जथेदारां तो करवाइयां हैं, उन्होंने माफ़ी अकाल तख्त आप हुदरे ही दे दे। ਗਿਆਨੀ हरप्रीत सिंह जी ने ये करन तो इनकार कर। इत्थे तुहानूं दसना चाहते हाँ कि ਗਿਆਨੀ हरप्रीत सिंह जी ने कहा कि पहला तो सुखबीर बादल लिखती रूप विच लिस्ट बना के देण कि उन्हां तो किहड़ियां-किहड़ियां गलतियां होईयां हन, जाणे के कीतियां हन अते किहड़ियां अणजाणे विच होईयां, उन्हां दी सूची बना के अकाल तखत अगे एक बेनती पत्र, एक बिने दे रूप विच बेनती पत्र दे रूप विच उन्हां वालों दस्खत करके सबमिट किया जाए। उस तो बाद अकाल तखत के जथेदार की प्रधानगी हेठ मीटिंग होएगी जिहदे च 5 प्यारे बैठणगे और वो 5 प्यारे उन्हां दी एक एक गलती का मुलंकन करनगे और उहदे ते बहस होएगी। फिर जो 5 प्यारियां दा सर्बसम्मति नाल विचार बनेगी उस विचार नूं मद्देनज़र रखण होए सुखबीर बादल नूं अकाल तखत ते पेश होण लई कहा जाएगा अते ये माफ़ी अकाल तखत उत्ते एक सधारण सिख दे रूप विच पेश हो के माफ़ी मंग के ही हो सकती है। सो सुखबीर बादल ने अजिहा कुछ लिख के देण तो इनकार करता ਅਤੇ ਉਹਨਾਂ ਦੇ मन ਵਿੱਚ ਇਹ रंजिश रही कि ਗਿਆਨੀ हरप्रीत सिंह होरां ने उन्हां दी मदद नहीं की। ये भेद आपसी गल्लां ये लुकियां होईयां सन जिहड़ियां शायद सामने ना आंदियां, पर ये ਗਿਆਨੀ हरप्रीत सिंह उपर जदों विरसा सिंह बलटोया जो स्पोक्समैन हैं श्रोमणी अकाली दल दे अते जनरल सैकटरी भी हैं, उन्हां वालों राघव ਚੱਡੇ ਦੀ कुड़माई ते जान करके जो हमले अते जिस मर्यादा की गल इन्होंने की कि मर्यादा भंग कर दी है उन्होंने, उस नाल चर्चे शुरू हो गए कि वलटोआ जो भी कार्रवाई जथेदार साहब के विरुद्ध कर रहे हैं ये पिछे सुखबीर बादल का ही हाथ है। तो ये सारी लड़ाई की जिहड़ी पैंठ सी, ये जो लड़ाई शब्दी जंग सोशल मीडिया ते वलटोए ने चलाई अते बड़े घिनौने बयान जथेदार साहब बारे दिते, उन्हां पिछे सुखबीर दा हथ सी। सो सुखबीर एक लुंबड़ी की तरह जिथे पहले तो वो अपने पिता के भोग समागम ते माफ़ी मंगते हैं कि मेरे तो जाने अणजाने जो गलतियां होईयां वो मैनू उन्हां दी माफ़ी दी जाए। ये समझ नहीं आई ये जाने अणजाने किहड़ियां गलतियां होण अते उन्होंने माफ़ी किस तो मंगी है। वो तो समागम एक उन्होंने पिता जी का अंतम अरदास का समागम सी, ਉਹਦਾ संबंध तो सारी सिख कौम नाल भी नहीं सी, वो तो अकाली दल का एक अपने पिता दे
ਅੰਤਮ ਜੋ ਸ਼ਰਧਾਂਜਲੀ ਸਮਾਗਮ ਸੀ ਉਹਦੇ ਨਾਲ ਸੰਬੰਧਿਤ ਸੀ। ਖੈਰ ਹੁਣ ਗੱਲ ਜਿਹੜੀ ਹੈ ਉਸ ਨਾਲੋਂ ਵੀ ਘਿਨਾਉਣੀ ਬਣ ਗਈ। ਪਹਿਲਾਂ ਤਾਂ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ, ਫਿਰ ਸੁਖਬੀਰ ਬਾਦਲ ਨੇ ਸਾਜ਼ਿਸ਼ ਕਰਕੇ ਵਲਟੋਏ ਨਾਲ ਜਥੇਦਾਰ ਸਾਹਿਬ ਨੂੰ ਨੀਵਾਂ ਦਰਸਾਉਣ ਕਰਨ ਦੀ ਕੋਸ਼ਿਸ਼ ਕੀਤੀ। ਕਈ ਲੋਕ ਤਾਂ ਇਹ ਵੀ ਕਹਿ ਰਹੇ ਹਨ ਕਿ ਇਹ ਵਲਟੋਏ ਦੀ ਅਤੇ ਅੰਦਰ ਖਾਤੇ ਹੋਰ ਲੀਡਰਾਂ ਦੀ, ਅਕਾਲੀ ਲੀਡਰਾਂ ਦੀ ਜਥੇਦਾਰ ਸਾਹਿਬ ਨੂੰ ਬਲੈਕਮੇਲ ਕਰਨ ਦੀ ਸਾਜ਼ਿਸ਼ ਸੀ, ਜੋ ਉਹਨਾਂ ਉੱਪਰ ਪੁੱਠੀ ਪੈ ਗਈ, ਕਿਉਂਕਿ ਜਥੇਦਾਰ ਸਾਹਿਬ ਸਿਰਫ ਇੱਕ ਦਲਿਤ ਲੀਡਰ ਵੀ ਹਨ ਅਤੇ ਉਹਨਾਂ ਨੂੰ ਜਿਸ ਵੇਲੇ ਇਸ ਪਦਵੀ ਲਈ ਚੁਣਿਆ ਗਿਆ ਸੀ ਉਹ ਇਸ ਗੱਲ ਨੂੰ ਮਨ ਵਿੱਚ ਰੱਖ ਕੇ ਚੁਣਿਆ ਗਿਆ ਸੀ। ਦਲਿਤ ਸਮੁਦਾਇ ਦੀਆਂ ਵੋਟਾਂ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਵੱਲ ਆਪਣਾ ਮੁੱਖ ਕਰਨਗੀਆਂ, ਕਿਉਂਕਿ ਸਿੱਖ ਕੌਮ ਦੀ ਸਭ ਤੋਂ ਸਰਵਉੱਚਤਮ ਪਦਵੀ ਇੱਕ ਸਿੱਖ ਵਿਦਵਾਨ MA PhD ਕਈ ਗੁਰਦੁਆਰਿਆਂ ਦੇ ਰਹਿ ਚੁੱਕੇ ਜਥੇਦਾਰ ਅਤੇ ਹੈੱਡ ਗ੍ਰੰਥੀ, ਉਹਨਾਂ ਨੂੰ ਸੁਸ਼ੋਭਿਤ ਕੀਤਾ ਗਿਆ। ਪਰ ਹੁਣ ਲਾਉਣ ਵੇਲੇ ਇਹ ਗੱਲ ਹੁਣ ਪੁੱਠੀ ਪੈ ਰਹੀ ਹੈ ਕਿ ਜੇਕਰ ਤੁਸੀਂ ਦਲਿਤ ਜਥੇਦਾਰ ਦੀ ਇਸ ਤਰ੍ਹਾਂ ਬੇਅਦਬੀ ਕਰਕੇ ਉਹਨਾਂ ਨੂੰ ਬਰਖਾਸਤ ਕਰੋਗੇ, ਜਿਹੜਾ ਕਿ ਕੋਈ ਬਹੁਤ ਵੱਡਾ ਇਸ਼ੂ ਬਣਦਾ ਨਹੀਂ ਮਰਿਆਦਾ ਦਾ, ਕਿਉਂਕਿ ਜਿਹੜੇ ਮੈਂ ਤੁਹਾਨੂੰ 3 ਐਗਜ਼ੈਂਪਲਾਂ ਅੱਗੇ ਦੇਣ ਲੱਗਾ ਜਥੇਦਾਰਾਂ ਦੀਆਂ, ਉਹ ਤਾਂ ਇਸ ਤੋਂ ਵੱਡੇ ਮਰਿਆਦਾ ਦੇ ਇਸ਼ੂ ਹਨ। ਜਥੇਦਾਰ ਅਜਿਹੀਆਂ ਥਾਵਾਂ 'ਤੇ ਗਏ ਹਨ ਜਿੱਥੇ ਕਿ ਸ਼ਰਾਬ ਵੀ ਚੱਲੀ, ਮੀਟ ਵੀ ਚੱਲੀ, ਔਰ ਜਨਾਨੀਆਂ ਦੇ ਸਟੇਜ 'ਤੇ ਮਨੋਰੰਜਨ ਕਰਨ ਲਈ ਡਾਂਸ ਵੀ ਕਰਵਾਏ ਗਏ ਅਤੇ ਜਥੇਦਾਰ ਸਾਹਿਬ ਉੱਥੋਂ ਉੱਠ ਕੇ ਨਹੀਂ ਗਏ ਅਤੇ ਨਾ ਹੀ ਉਸ ਨੂੰ ਕਿਸੇ ਨੇ ਚਰਚਾ ਦਾ ਵਿਸ਼ਾ ਬਣਾਇਆ, ਨਾ ਹੀ ਉਹਨਾਂ ਜਥੇਦਾਰ ਸਾਹਿਬ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਅਸੀਂ ਤੁਹਾਡੀ ਪਦਵੀ ਤੋਂ ਹਟਾ ਦਿਆਂਗੇ ਕਿ ਤੁਸੀਂ ਸ਼ਰਾਬ ਵਾਲੇ, ਯਾਨੀ ਜਿੱਥੇ ਸ਼ਰਾਬ ਚੱਲੀ ਆ ਉਸ ਵਿਆਹ ਵਿੱਚ। ਮੇਰੇ ਕੋਲ 2 ਮਿਸਾਲਾਂ ਹਨ ਅਤੇ ਇੱਕ ਮਿਸਾਲ ਹੋਰ ਅਜਿਹੀ ਹੈ ਜਿਹੜੇ ਵਿੱਚ ਸ਼ਰਾਬ ਦਾ ਇੰਨਾ ਜ਼ਿਕਰ ਨਹੀਂ, ਪਰ ਉਹ ਸਿੱਖ ਉੱਪਰ ਕੌਮਪੁਰ ਹੋਏ 1984 ਦੇ ਜੋ ਦੰਗੇ, ਸਿੱਖਾਂ ਦਾ ਜੋ ਕਤਲੇਆਮ ਹੋਇਆ, ਉਹਦਾ ਇੱਕ ਖਲਨਾਇਕ ਵੀ ਉਸ ਵਿਆਹ ਵਿੱਚ ਸੀ ਅਤੇ ਜਥੇਦਾਰ ਸਾਹਿਬ ਨਾਲ ਥੋੜ੍ਹੀ ਦੂਰ ਵਿੱਚ 'ਤੇ ਬੈਠਾ ਹੋਇਆ ਸੀ, ਉਹਨੂੰ ਨਿਮਰਤਨ ਦਿੱਤਾ ਗਿਆ ਸੀ। ਸੋ ਮੈਂ ਇੱਥੇ ਸਭ ਤੋਂ ਪਹਿਲੇ ਤੁਹਾਨੂੰ ਇਹ ਦੱਸਣਾ ਕਿ ਇੱਕ ਬਹੁਤ ਵੱਡੀ ਪੁਰਾਣੀ ਸਿੱਖ ਸੰਸਥਾ ਹੈ ਅੰਮ੍ਰਿਤਸਰ ਦੀ, ਉਸ ਦੇ ਪ੍ਰਧਾਨ ਦੇ ਮੁੰਡੇ ਦਾ ਵਿਆਹ ਦੁਬਈ ਵਿੱਚ ਹੋਇਆ। ਦੁਬਈ ਵਿੱਚ ਉਸ ਵਿਆਹ 'ਤੇ ਉਸ ਸਮੇਂ ਦੇ ਜਥੇਦਾਰ ਅਕਾਲ ਤਖਤ ਸਾਹਿਬ ਵੀ ਗਏ, ਔਰ ਉੱਥੇ ਜਿੱਥੇ ਉਹ ਵਿਆਹ ਦੇ ਸਮਾਗਮ ਵਿੱਚ ਅਕਾਲ ਤਖਤ ਦੇ ਜਥੇਦਾਰ ਸਾਹਿਬ ਬੈਠੇ ਸੀ, ਉੱਥੇ ਸ਼ਰਾਬ ਵੀ ਚੱਲ ਰਹੀ ਸੀ, ਮੀਟ ਵੀ ਚੱਲ ਰਿਹਾ ਸੀ, ਔਰ ਰਸ਼ੀਅਨ ਡਾਂਸਰ ਜਿਹੜੀਆਂ ਸੀਗੀਆਂ ਉਹਨਾਂ ਨੇ ਸਟੇਜ ਉੱਪਰ ਆਪਣਾ ਦਰਸ਼ਕਾਂ ਦੇ ਮਨੋਰੰਜਨ ਲਈ ਜੋ ਡਾਂਸ ਕੀਤਾ। ਤੁਸੀਂ ਖੁਦ ਸੋਚ ਸਕਦੇ ਹੋ ਕਿ ਰਸ਼ੀਅਨ ਜਿਹੜੀਆਂ ਡਾਂਸਰ ਸੀ ਉਹਨਾਂ ਦੀ ਡਰੈਸ ਕਿਸ ਪ੍ਰਕਾਰ ਦੀ ਹੋਏਗੀ, ਕਿਉਂਕਿ ਮੈਂ ਇਹ ਬਹੁਤੀ ਐਕਸਪਲੇਨ ਨਹੀਂ ਕਰਨਾ ਚਾਹੁੰਦਾ ਅਤੇ ਇਹ ਚੰਗੀ ਵੀ ਨਹੀਂ ਲੱਗਦੀ। ਉਹਨਾਂ ਦੀ ਡਰੈਸ ਮੈਂ ਜੇ 2 ਸ਼ਬਦਾਂ 'ਚ ਕਹਿ ਦਿਆਂ ਅਤੇ ਉਹ ਬੜੀਆਂ ਸੈਂਸੂਅਸ ਡਰੈਸ ਵਿੱਚ ਉਹਨਾਂ ਦੀ ਡਾਂਸ ਪ੍ਰਦਰਸ਼ਨੀ ਸੀ। ਉੱਥੇ ਜਥੇਦਾਰ ਸਾਹਿਬ ਬੈਠੇ ਰਹੇ, ਉਹਨੂੰ ਜਦੋਂ ਵਾਪਸ ਆਏ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਕਿਹਾ ਅਤੇ ਨਾ ਹੀ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਜਥੇਦਾਰ ਦੀ ਮਰਿਆਦਾ ਭੰਗ ਕੀਤੀ ਹੈ ਅਤੇ ਤੁਹਾਨੂੰ ਇਸ ਦੀ ਸਜ਼ਾ ਵਜੋਂ ਤੁਹਾਨੂੰ ਉਠਾਇਆ ਜਾਏ। ਇੱਕ ਦੂਸਰੀ ਮਿਸਾਲ ਦਿੰਦਾ ਕਿ ਇੱਕ ਜਥੇਦਾਰ ਸਾਹਿਬ ਅਮਰੀਕਾ ਵਿੱਚ ਵਿਆਹ ਹੋਇਆ। ਉਸ ਵਿਆਹ ਵਿੱਚ ਉਹ ਮੁੰਡਾ, ਹੁਣ ਤਾਂ ਉਸਨੇ ਦਾੜੀ ਸਜਾਈ ਹੋਈ ਹੈ, ਪੂਰਾ ਗੁਰਸਿੱਖ ਬਣਿਆ ਹੋਇਆ। ਉਸ ਸਮੇਂ ਜਿਸ ਸਮੇਂ ਉਹਦਾ ਵਿਆਹ ਹੋਇਆ
ਤਾਂ ਉਹ ਪਤਿਤ ਸੀ ਅਤੇ ਉਹਦੀ ਪਤਨੀ ਵੀ, ਅਤੇ ਉਸ ਉੱਪਰ ਜਥੇਦਾਰ ਸਾਹਿਬ ਗਏ ਤਾਂ ਅਮਰੀਕਾ ਵਿੱਚ ਉੱਥੇ ਸ਼ਰਾਬ, ਮੀਟ, ਮੁਰਗੇ ਜੋ ਚੱਲਦੇ ਹਨ ਅਤੇ ਜੋ ਨਸ਼ੇ ਦੀ ਸਭ ਪਾਸੇ ਖੁਸ਼ਬੂਆਂ ਫੈਲਦੀਆਂ ਹਨ ਅਤੇ ਲੋਕਾਂ ਦਾ ਧਿਆਨ ਖਾਣ ਪੀਣ ਅਤੇ ਸ਼ਰਾਬਾਂ ਪੀਣ 'ਚ ਹੁੰਦਾ ਹੈ। ਉਸ ਵਿਆਹ ਉੱਪਰ ਵੀ ਅੰਮ੍ਰਿਤਸਰ ਤੋਂ ਸਪੈਸ਼ਲ ਫਲਾਈਟ ਲੈ ਕੇ ਜਿਹੜੇ ਜਥੇਦਾਰ ਸਾਹਿਬ ਗਏ ਸੀ ਉਹ ਬੈਠੇ ਰਹੇ ਉੱਥੇ, ਔਰ ਪੂਰਾ ਵਿਆਹ ਦੇਖ ਕੇ ਔਰ ਉਹਨਾਂ ਦੀਆਂ ਲਾਵਾਂ ਵੀ ਕਰਵਾ ਕੇ ਆਸ਼ੀਰਵਾਦ ਵੀ ਦੇ ਕੇ ਆਏ। ਸੋ ਉਹਨਾਂ ਉੱਪਰ ਵੀ ਕੋਈ ਕਾਰਵਾਈ ਨਾ ਹੋਈ। ਜਿਹੜੇ ਪਹਿਲੇ ਜਥੇਦਾਰ ਗਏ ਹਨ ਅਤੇ ਦੂਸਰੇ ਜਥੇਦਾਰ ਗਏ ਹਨ, ਇਹਨਾਂ ਦੇ ਵਿੱਚ ਕਾਫੀ ਉਹਨਾਂ ਦੇ ਕਈ ਸਾਲਾਂ ਦਾ ਵਕਫਾ ਹੈ। ਹੁਣ ਮੈਂ ਦੱਸਦਾ ਹਾਂ ਕਿ ਡਾਕਟਰ ਮਨਮੋਹਨ ਸਿੰਘ ਜੋ ਪ੍ਰਾਈਮ ਮਿਨਿਸਟਰ ਹਨ, ਉਹਨਾਂ ਦੀ ਰਿਸ਼ਤੇਦਾਰੀ ਵਿੱਚ ਵਿਆਹ ਸੀ, ਉਸ ਉੱਪਰ ਵੀ ਜਥੇਦਾਰ ਸਾਹਿਬ ਇਨਵਾਈਟਡ ਸੀ। ਉਸ ਵਿਆਹ ਵਿੱਚ ਜਿੱਥੇ ਜਥੇਦਾਰ ਸਾਹਿਬ ਜਿਸ ਕੁਰਸੀਆਂ ਦੀ, ਸੋਫਿਆਂ ਦੀ ਲਾਈਨ 'ਚ ਬੈਠੇ ਸੀ, ਉਸ ਲਾਈਨ ਵਿੱਚ ਹੀ ਜਦੋਂ ਬਾਅਦ ਵਿੱਚ ਜਗਦੀਸ਼ ਟਾਈਟਲਰ ਆਏ, ਜੋ ਕਾਂਗਰਸ ਦੇ ਨੇਤਾ ਹਨ ਅਤੇ ਜਿਨ੍ਹਾਂ ਨੇ 1984 ਦੇ ਜੋ ਦਿੱਲੀ ਦੇ ਕਤਲੇਆਮ ਵਿੱਚ ਉਹਨਾਂ ਦੀ ਮੁੱਖ ਭੂਮਿਕਾ ਦਾ ਉਹਨਾਂ 'ਤੇ ਦੋਸ਼ ਹੈ, ਉਹ ਉਹਨਾਂ ਤੋਂ ਕੁਝ ਸੀਟਾਂ ਛੱਡ ਕੇ ਸੋਫਿਆਂ ਉੱਪਰ ਬੈਠ ਗਏ। ਜਥੇਦਾਰ ਸਾਹਿਬ ਨੇ ਉਹਨੂੰ ਦੇਖਣ ਦੇ ਬਾਅਦ ਉਸ ਫੰਕਸ਼ਨ ਦਾ ਤੋਂ ਇਮੀਡੀਏਟਲੀ ਉਹਨਾਂ ਨੂੰ ਉੱਠ ਜਾਣਾ ਚਾਹੀਦਾ ਸੀ, ਪਰ ਉਹ ਨਹੀਂ ਉੱਠੇ, ਉਹ ਉੱਥੇ ਸੁਸ਼ੋਭਿਤ ਰਹੇ। ਉਹਨਾਂ ਨੇ ਪੂਰਾ ਸਮਾਗਮ ਦੇਖਿਆ ਅਤੇ ਉਸ ਤੋਂ ਬਾਅਦ ਉਹ ਵਾਪਸ ਆਏ, ਪਰ ਉਹਨਾਂ ਉੱਪਰ ਵੀ ਕਿਸੇ ਕਿਸਮ ਦਾ ਮਰਿਆਦਾ ਦਾ ਕੋਈ ਦੋਸ਼ ਨਹੀਂ ਲੱਗਾ ਅਤੇ ਨਾ ਹੀ ਉਹਨਾਂ ਨੂੰ ਅਕਾਲ ਤਖਤ ਦੀ ਜਥੇਦਾਰੀ ਤੋਂ ਹਟਾਉਣ ਦਾ ਕੋਈ ਪ੍ਰਕਿਰਿਆ ਸ਼ੁਰੂ ਹੋਈ। ਇਹ ਮੈਂ ਤੁਹਾਨੂੰ 3 ਮਿਸਾਲਾਂ ਦਿੱਤੀਆਂ ਹਨ। ਇਹ 3 ਮਿਸਾਲਾਂ 2 ਜਥੇਦਾਰਾਂ ਨਾਲ ਸੰਬੰਧਿਤ ਹਨ। ਇੱਕ ਜਥੇਦਾਰ ਜਿਹੜਾ ਦੁਬਈ ਗਿਆ, ਇੱਕ ਜਥੇਦਾਰ ਜਿਹੜਾ ਦੁਬਈ ਗਿਆ, ਦੂਸਰਾ ਜਥੇਦਾਰ USA ਵੀ ਗਿਆ ਅਤੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਰਿਸ਼ਤੇਦਾਰੀ ਦੇ ਸਮਾਗਮ ਵਿੱਚ ਵੀ ਗਿਆ। ਸੋ ਇਸ ਦੇ ਬਾਵਜੂਦ ਉਹਨਾਂ ਉੱਪਰ ਕੋਈ ਕਾਰਵਾਈ ਨਹੀਂ ਹੋਈ। ਸੋ ਇਹ ਜਦੋਂ ਸਾਰੇ ਮੁੱਦੇ ਮੈਂਬਰਾਂ ਨੂੰ ਪਤਾ ਲੱਗੇ ਕਿ ਇਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਹੈ, ਸੋਸ਼ਲ ਮੀਡੀਆ 'ਤੇ ਆਏਗੀ, ਤੋ ਸੁਖਬੀਰ ਨੇ ਇਹ ਫੈਸਲਾ ਲਿਆ ਕਿ ਜੇ ਮੈਂ ਉਹਨਾਂ ਨੂੰ ਹੁਣ ਜੇ ਉਹਨਾਂ ਨੂੰ ਅਸੀਂ ਹਟਾਉਂਦੇ ਹਾਂ, ਜਦ ਕਿ ਉਹ ਜਵਾਬ ਦੇ ਚੁੱਕੇ ਹਨ ਸੁਖਬੀਰ ਨੂੰ ਕਿ ਸੁਖਬੀਰ ਲਿਖਤੀ ਰੂਪ ਵਿੱਚ ਆਪਣਾ ਬਿਨੈ ਪੱਤਰ ਅਕਾਲ ਤਖਤ ਨੂੰ ਦੇ ਅਤੇ ਫਿਰ ਉਸ ਵਿੱਚ ਦਰਜ ਕਰੇ ਜਾਣੇ ਤੇ ਅਣਜਾਣੇ ਕਿਹੜੀਆਂ ਸਿੱਖ ਕੌਮ ਪ੍ਰਤੀ ਉਹਦੇ ਤੋਂ ਗਲਤੀਆਂ ਹੋਈਆਂ ਹਨ, ਸਿੱਖੀ ਪ੍ਰਤੀ ਗਲਤੀਆਂ ਹੋਈਆਂ ਹਨ। ਕਿਉਂਕਿ ਜਿਹੜੀ ਸਭ ਤੋਂ ਵੱਡੀ ਗਲਤੀ ਸੁਖਬੀਰ ਤੋਂ ਹੋਈ ਹੈ ਕਿ ਉਸ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਹੁੰਦਿਆਂ ਹੀ ਜਥੇਦਾਰ ਸਾਹਿਬ ਤੋਂ 3 ਵਾਰੀ ਫੈਸਲਾ ਬਦਲਵਾ ਕੇ ਅਕਾਲ ਤਖਤ ਦੇ ਜਥੇਦਾਰ ਦੀ ਹਸਤੀ ਨੂੰ ਬਹੁਤ ਠੇਸ ਪਹੁੰਚਾਈ ਹੈ। ਔਰ ਉਹ ਸਿਰਸੇ ਵਾਲੇ ਸਾਧ ਰਾਮ ਰਹੀਮ ਦੇ ਡੇਰੇ 'ਤੇ ਉਹਦੇ ਚਰਨਾਂ ਵਿੱਚ ਬੈਠੇ ਹੋਏ ਹਨ ਜ਼ਮੀਨ 'ਤੇ, ਔਰ ਜਿਹੜਾ ਸਿਰਸੇ ਵਾਲਾ ਸਾਧ ਹੈ ਉਹ ਉੱਚੀ ਥਾਂ ਤਖਤ ਉੱਪਰ ਕੁਰਸੀ ਉੱਪਰ ਬੈਠਾ ਹੋਇਆ, ਉਹਦੇ ਵਿੱਚ ਜੰਗਲ ਹੈ ਔਰ ਜੰਗਲੇ ਦੇ ਪਰਲੇ ਪਾਸੇ ਸੁਖਬੀਰ ਬਾਦਲ ਬੈਠੇ ਹਨ। ਸੋ ਇਹ ਜਿਹੜੀਆਂ ਉਹਨਾਂ ਤੋਂ ਗਲਤੀਆਂ ਹੋਈਆਂ ਹਨ, ਸੰਗੀਨ ਗਲਤੀਆਂ, ਔਰ ਜਿਸ ਨਾਲ ਸਿੱਖ ਕੌਮ ਦੀ ਅਤੇ ਸਿੱਖ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੀ ਲੋਕਾਂ ਵਿੱਚ ਬੜੀ ਚਰਚਾ ਵੀ ਹੋਈ ਹੈ ਅਤੇ ਬੜੀਆਂ ਬੇਅਦਬੀ ਭਰੀਆਂ ਲੋਕਾਂ ਨੇ ਗੱਲਾਂ ਤਖਤ ਦੇ ਜਥੇਦਾਰ ਸਾਹਿਬ ਬਾਰੇ ਵੀ ਕੀਤੀਆਂ ਹਨ ਅਤੇ ਅਖੀਰ 'ਤੇ ਉਹਨਾਂ ਤੋਂ ਬੜੇ ਤਰੀਕੇ ਨਾਲ ਰਿਜ਼ਾਈਨ ਵੀ ਲੈ ਲਿਆ ਗਿਆ। ਪਰ ਇਸ ਦੀ ਮਾਫੀ ਸੁਖਬੀਰ ਬਾਦਲ ਸੋਚਦੇ ਹਨ ਜੇ ਉਹਨਾਂ ਨੂੰ ਮਿਲ ਜਾਏ ਬਿਨਾਂ ਪੇਸ਼ ਹੋਇਆਂ, ਤਾਂ ਉਹਨਾਂ ਦਾ ਜੋ ਅਕਾਲੀ ਦਲ ਯਾਨੀ ਸ਼੍ਰੋਮਣੀ ਅਕਾਲੀ ਦਲ ਬਾਦਲ / ਸੁਖਬੀਰ ਜੋ ਹੁਣ ਪੁੰਜੇ ਲੱਗਾ ਹੋਇਆ ਹੈ, ਜਿਸ ਦੀ ਕੋਈ ਸਾਖ ਨਹੀਂ ਬਣ ਰਹੀ,
वो किसी तरह मुड़ बहाल हो जाए, क्योंकि उन्होंने 2 इलैक्शनां लड़ के देख लियां। पहली तो असैंबली इलैक्शन उन्होंने 3 सीटां मिलियां, जिहदे कि सिख संगतां ने यानी पंथक वोटरां ने वोट भी नहीं पाई तो पंजाब दे पंजाबियां ने भी वोट नहीं पाई। उन्होंने 117 मैंबरां दी असैंबली विच सिर्फ 3 असैंबली सीटां मिलियां। और उस तो बाद संगरूर विच उन्होंने संगरूर पार्लीमेंट की बाई इलैक्शन विच अपना कैंडीडेट खड़ा किया ਅਤੇ ਉਸ ਵਿੱਚ ਉਹਨਾਂ ਨੇ ਰਾਜੋਆਣਾ ਦੀ ਜਿਹੜੀ ਹੈ ਭੈਣ ਨੂੰ ਖੜਾ ਕੀਤਾ, ਉਹਦੀ ਜ਼ਮਾਨਤ ਜ਼ਬਤ ਹੋ ਗਈ। ਔਰ ਹੁਣ ਸੰਗਰੂਰ ਵਿੱਚ ਜਿਹੜੀ ਤੋਂ ਬਾਅਦ ਜੋ ਹੁਣੇ ਖਤਮ ਹੋਈ ਹੈ ਜਲੰਧਰ ਪਾਰਲੀਮੈਂਟ ਦੀ ਬਾਈ ਇਲੈਕਸ਼ਨ, ਉਸ ਵਿੱਚ ਵੀ ਉਹਨਾਂ ਦੇ ਜੁਆਇੰਟ ਕੈਂਡੀਡੇਟ यानी कि श्रोमणी अकाली दल बादल ਅਤੇ बहुजन समाज पार्टी के कैंडीडेट की जमानत जब्त हुई है। इस तो इलावा एक होर जमानत जब्त हुई है, वो जमानत जब्त हुई है श्रोमणी अकाली दल ਅੰਮ੍ਰਿਤਸਰ खालिस्तानी सिमरनजीत सिंह मान के कैंडीडेट की, जिसनों 20,000 तो 300 कुछ वोटां पईयां हैं। सो ये जो लोगों वालों श्रोमणी अकाली दल ਨੂੰ रिजैक्ट किया होया और उस ਨੂੰ बहाल करन दी कोई ਇਹੋ ਜਿਹੇ हालात पैदा नहीं हो रहे। ना ही सुखबीर, बिक्रमजीत सिंह मजीठिया, हरसिमरत कौर ਜਾਂ ਵਲਟੋਆ ਵਿੱਚ ਅਜਿਹੀਆਂ ਸਿਆਸੀ ਸਕਿੱਲ ਹਨ ਅਤੇ ਸੂਝ-ਬੂਝ ਹੈ ਕਿ ਉਹ ਅਕਾਲੀ ਦਲ ਨੂੰ ਕਿਤੇ ਮੁੜ ਬਹਾਲ ਕਰ ਸਕਣ। तो इस सारे विच उन्हां दी बुरी हालत हो जाती जेकर वो अकाल तखत के जथेदार ज्ञानी हरप्रीत सिंह जी नूं बर्खास्त कर दे, तो फिर उसका सिख संगतां उपर बहुत माड़ा असर पैना सी और सिखां ने इसका बड़ा विरोध करना सी और इसका दलित जो साडा समुदाय है उस ते भी भैड़ा असर पैना सी और अकाली दल की साख जिहड़ी पहले ही भुंजे लगी हुई है वो एक खड्डे च जा गिरनी सी। सो इन्हां सारियां गल्लां नूं मद्देनज़र रखते हुए ये फैसला लिया गया कि फिलहाल हुण दी घड़ी इस मुद्दे नूं ठंडे बस्ते च पा दिता जाए। देखा जाएगा जदों बड़ा सुखावा माहौल जिहा मिलेगा 2-3 महीने बाद कोई, तो उस समय इसनूं चुपके जे लिया के तो हो सकता है इन्हों हटा दिता जाए, क्योंकि तुहानूं हैरानगी होएगी, सिख कौम नूं भी हैरानगी होएगी, जिहड़े पंथक सिख हैं उन्होंने भी हैरानगी होएगी कि अकाल तखत का जथेदार 5 साल तो कार्यकारी है ਅਤੇ ਉਸ ਨੂੰ श्रोमणी गुरुद्वारा प्रबंधक कमेटी ਅਤੇ श्रोमणी अकाली दल दोवें 5 साल की सेवा के बाद अकाल तखत ते मर्यादा ਨੂੰ ਨਿਭਾਉਣ ਦੀ ਡਿਊਟੀ ਕਰਨ ਦੇ ਬਾਅਦ ਫਰਜ਼ਾਂ ਨੂੰ ਨਿਭਾਉਂਦੇ ਹੋਏ ਉਹ ਉਹਨਾਂ ਨੂੰ ਇਸ ਯੋਗ ਹਲੇ ਵੀ ਨਹੀਂ ਸਮਝਦੇ ਕਿ ਉਹਨਾਂ ਨੂੰ ਪੂਰਾ ਪੱਕਾ ਜਥੇਦਾਰ ਅਕਾਲ ਤਖਤ ਸਾਹਿਬ ਦਾ ਲਗਾ ਦਿੱਤਾ ਜਾਏ। ਇਸ ਚਰਚਾ ਨੂੰ ਇੱਥੇ ਖਤਮ ਕਰਦੇ ਹਾਂ ਔਰ ਚਰਚਾ ਨੂੰ ਖਤਮ ਕਰਨ ਤੋਂ ਪਹਿਲੇ ਇਹ ਦੱਸਦੇ ਹਾਂ ਕਿ ਜੋ ਅੱਜ ਸ਼੍ਰੋਮਣੀ गुरुद्वारा प्रबंधक कमेटी की कार्यकारिणी कमेटी की मीटिंग हुई, उस विच ये फैसला किया गया कि जिहड़ा डांग साहब गुरुद्वारा है मिजोराम विच उन्हां दा बोधियां नाल एक जो कन्फ्लिक्ट पैदा हो चुका है, उहदे ते बोधियां दा कब्जा है, उस गुरुद्वारे नूं वापस लैण लई उसकी जमीन नूं वापस प्राप्त करन लई दलाई लामा नूं एक वफद मिलेगा, जिस दी नुमाइंदगी रघवीर सिंह विरक जनरल सैकटरी श्रोमणी गुरुद्वारा प्रबंधक कमेटी करनगे। ये वफद उन्होंने जो तिब्बत की गौरमेंट इन एग्जाइल है धर्मशाला, जो कि दलाई लामा जी का हैडकुआर्टर है, उत्थे जाके मिल के उन्हां नाल इस उपर अपने विचार वटांदरा करनगे अते कोशिश करनगे कि दलाई लामा जी अपना इन्फ्लुएंस प्रभाव
ਪਾ ਕੇ ਜੋ ਡਾਂਗ ਸਾਹਿਬ ਗੁਰਦੁਆਰਾ ਹੈ ਉਹ ਮੁੜ SGPC ਦੇ ਪ੍ਰਬੰਧ ਵਿੱਚ ਵਾਪਸ ਦਿੱਤਾ ਜਾਏ। ਇੱਥੇ ਅਸੀਂ ਚਰਚਾ ਸਮਾਪਤ ਕਰਦੇ ਹਾਂ। ਉਮੀਦ ਹੈ ਤੁਹਾਨੂੰ ਪਸੰਦ ਆਏਗੀ। ਬਹੁਤ ਬਹੁਤ ਧੰਨਵਾਦ।